ज़्यादातर बच्चों ਨੂੰ ਪ੍ਰੋਬਲਮ ਹੁੰਦੀ ਹੈ ਰਾਈਟਿੰਗ ਟਾਸਕ 2 ਦੇ ਵਿੱਚ ਕਿ ਇਹਨੂੰ ਸ਼ੁਰੂ ਕਿਵੇਂ ਕਰੀਏ, ਇੰਟਰੋ ਕਿਵੇਂ ਬਣਾਈਏ, ਉਸ ਤੋਂ ਬਾਅਦ ਬੋਡੀ ਪੈਰਾਗ੍ਰਾਫ ਦੀ ਸ਼ੁਰੂਆਤ ਕਿਵੇਂ ਕਰੀਏ, ਕਿਹੜੇ ਬੋਡੀ ਪੈਰਾਗ੍ਰਾਫ ਦੇ ਵਿੱਚ ਆਪਾਂ ਕੀ ਲਿਖਣਾ ਹੈ, ਦੈਨ ਕਨਕਲੂਜਨ ਕਿਵੇਂ ਲਿਖਣਾ ਹੈ। ਜੇ ਕੁਐਸਚਨ ਹੈਗਾ ਡਿਸਕਸ ਬੋਥ ਵਿਊਜ਼ ਤੇ ਗਿਵ ਯੋਰ ਓਪੀਨੀਅਨ ਟਾਈਪ ਦਾ, ਤਾਂ ਆਪਣਾ ਓਪੀਨੀਅਨ ਕਿਵੇਂ ਦੇਣਾ ਹੈ। ਇਹ ਸਾਰੇ ਡਾਊਟ ਤੁਹਾਡੇ ਮੈਂ 1 ਬਾय 1 ਸੋਲਵ ਕਰੂੰਗਾ ਅੱਜ ਦੀ ਵੀਡੀਓ ਦੇ ਵਿੱਚ। ਸ਼ੁਰੂ ਤੋਂ ਲੈ ਕੇ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ। ਕਿਸੇ ਵੀ ਸਟੈਪ ਤੇ ਅਗਰ ਤੁਹਾਨੂੰ ਪ੍ਰੋਬਲਮ ਆਵੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਣਾ ਹੈ। ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਸਾਰੇ ਡਾਊਟਸ ਨੂੰ ਕਵਰ ਕਰੂੰਗਾ। ਔਰ ਹਜੇ ਤੱਕ ਅਗਰ ਤੁਸੀਂ ਗੁਰੂ ਅਕੈਡਮੀ ਤੁਹਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਪ੍ਰੈਸ ਕਰ ਦਿਓ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ। ਜੇ ਤੁਹਾਨੂੰ ਵੀਡੀਓ ਚੰਗੀ ਲੱਗੇ, ਤੁਹਾਡੇ ਡਾਊਟ ਸੋਲਵ ਹੋਣ ਤਾਂ ਲਾਈਕ ਜ਼ਰੂਰ ਕਰ ਦਿਓ, ਹੌਸਲਾ ਵਧਾ ਦਿਓ ਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰ ਦਿਓ। ਸੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਆਪਣੇ ਕਲਾਸਰੂਮ ਦੇ ਅੰਦਰ। ਚਲੋ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਆਪਾਂ ਕੁਐਸਚਨ ਦੀ ਸਟੇਟਮੈਂਟ ਨੂੰ ਸਮਝਾਂਗੇ। ਜਦੋਂ ਵੀ ਰਾਈਟਿੰਗ ਟਾਸਕ 2 ਤੁਹਾਨੂੰ ਮਿਲਦਾ ਹੈ ਤਾਂ ਵੈਰੀ ਫਰਸਟ ਸਟੈਪ ਤੁਹਾਡਾ ਇਹ ਹੋਣਾ ਚਾਹੀਦਾ ਹੈ ਕਿ ਕੁਐਸਚਨ ਸਟੇਟਮੈਂਟ ਨੂੰ ਵਰਡ ਟੂ ਵਰਡ ਮੀਨਿੰਗ ਕਰਕੇ ਚੰਗੀ ਤਰ੍ਹਾਂ ਸਮਝ ਲਓ। ਅਗਰ ਤੁਸੀਂ ਪੂਰਾ ਕਲੀਅਰਲੀ ਨਹੀਂ ਸਮਝੋਗੇ ਤਾਂ ਤੁਹਾਡੇ ਜੋ ਆਈਡੀਆਜ਼ ਹੈ ਉਹ ਆਊਟ ਆਫ ਦਾ ਟੌਪਿਕ ਚਲੇ ਜਾਣਗੇ। ਸੋ ਇਸ ਕਰਕੇ ਧਿਆਨ ਨਾਲ ਸਭ ਤੋਂ ਪਹਿਲਾਂ ਸਟੇਟਮੈਂਟ ਨੂੰ ਪੜ੍ਹ ਲਓ। ਸਟੇਟਮੈਂਟ ਆਪਾਂ ਨੂੰ ਕੀ ਕਹਿ ਰਹੀ ਹੈ? ਇਨ ਮੈਨੀ ਕੰਟਰੀਜ਼, ਕਈ ਦੇਸ਼ਾਂ ਦੇ ਵਿੱਚ ਚਿਲਡਰਨ ਆਰ ਅੰਗੇਜਡ, ਚਿਲਡਰਨ ਜਿਹੜੇ ਹੈ ਅੰਗੇਜ ਹੁੰਦੇ ਹੈ, ਲੱਗੇ ਹੁੰਦੇ ਹੈ ਇਨ ਸਮ ਕਾਈਂਡ ਆਫ ਪੇਡ ਵਰਕ, ਕਿਸੇ ਨਾ ਕਿਸੇ ਤਰ੍ਹਾਂ ਦੇ ਪੇਡ ਵਰਕ ਦੇ ਵਿੱਚ, ਮਤਲਬ ਜੌਬ ਕਰਦੇ ਆ ਬੱਚੇ। ਸਮ ਪੀਪਲ ਰਿਗਾਰਡ ਦਿਸ ਐਜ਼ ਕੰਪਲੀਟਲੀ ਰੋਂਗ, ਕੁਝ ਲੋਕ ਇਹਨਾਂ ਨੂੰ ਪੂਰੀ ਤਰ੍ਹਾਂ ਦੇ ਨਾਲ ਇਸ ਚੀਜ਼ ਨੂੰ ਗਲਤ ਮੰਨਦੇ ਆ। ਵਾਈਲ, ਜਬਕਿ ਜਦੋਂ ਕਿ ਜਿਹੜੇ ਦੂਸਰੇ ਹੈ ਅਦਰਸ ਹੈ ਕੰਸੀਡਰ ਕਰਦੇ ਆ, ਮੰਨਦੇ ਆ ਇਜ਼ ਐਜ਼ ਇਟ ਐਜ਼ ਵੈਲੂਏਬਲ ਵਰਕ ਐਕਸਪੀਰੀਅੰਸ, ਉਹਨੂੰ ਇੱਕ ਵੈਲੂਏਬਲ ਵਰਕ ਐਕਸਪੀਰੀਅੰਸ ਮੰਨਦੇ ਆ ਜਿਹੜਾ ਕਿ ਇੰਪੋਰਟੈਂਟ ਹੈ ਫॉर ਲਰਨਿੰਗ, ਸਿੱਖਣ ਵਾਸਤੇ, ਐਂਡ ਟੇਕਿੰਗ ਰਿਸਪੌਂਸਿਬਿਲਿਟੀ, ਜ਼ਿੰਮੇਵਾਰੀਆਂ ਲੈਣ ਵਾਸਤੇ। ਹੁਣ ਕੀ ਹੈ ਕਿ ਕੁਐਸਚਨ ਆਪਾਂ ਨੂੰ ਕਹਿ ਰਿਹਾ ਹੈ ਕਿ ਬੱਚੇ ਜਿਹੜੇ ਹੈ ਉਹ ਕਈ ਕੰਟਰੀ ਦੇ ਵਿੱਚ ਪੇਡ ਵਰਕ ਕਰਦੇ ਹੈ। ਕੁਝ ਲੋਕ ਕਹਿੰਦੇ ਆ ਕਿ ਇਹ ਗੱਲ ਗਲਤ ਹੈ, ਆਪਾਂ ਉਹਨਾਂ ਦਾ ਵਿਊ ਡਿਸਕਸ ਕਰਨਾ ਹੈ। ਸੈਕਿੰਡ ਹੈ ਕਿ ਇਹ ਵੈਲਿਊਏਬਲ ਵਰਕ ਐਕਸਪੀਰੀਅੰਸ ਹੈ ਕਿ ਇਹਦੇ ਨਾਲ ਕੰਮ ਕਰਨ ਦਾ ਪਤਾ ਲੱਗਦਾ ਹੈ ਔਰ ਲਰਨਿੰਗ ਹੁੰਦੀ ਹੈ, ਚੀਜ਼ਾਂ ਸਿੱਖਦੇ ਆ ਬੱਚੇ ਤੇ ਰਿਸਪੌਂਸਿਬਿਲਿਟੀ, ਜ਼ਿੰਮੇਵਾਰੀ ਲੈਣੀ ਸਮਝਦੇ ਆ। ਤਾਂ ਇਹ ਦੋਨੋਂ ਵਿਊ ਆਪਾਂ ਡਿਸਕਸ ਕਰਨੇ ਆ। ਕੁਐਸਚਨ ਆਪਾਂ ਨੂੰ ਇਹੀ ਕਹਿ ਰਿਹਾ ਕਿ ਡਿਸਕਸ ਬੋਥ ਥੀਸ ਵਿਊਜ਼, ਇਹਨਾਂ ਦੋਨਾਂ ਵਿਊਜ਼ ਨੂੰ ਡਿਸਕਸ ਕਰੋ ਤੇ ਤੁਹਾਡੀ ਰਾਏ ਦੱਸੋ ਕਿ ਕੀ ਹੈ ਇਹਦੇ ਬਾਰੇ, ਤੁਸੀਂ ਕੀ ਸੋਚਦੇ ਹੋ। ਸੋ ਆਜੋ ਆਪਾਂ ਸ਼ੁਰੂ ਕਰਦੇ ਹਾਂ। ਇੰਟਰੋਡਕਸ਼ਨ ਕਿਵੇਂ ਫਾਰਮ ਕਰਨਾ ਹੈ, ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਦੱਸਦਾ। ਦੇਖੋ ਇੰਟਰੋਡਕਸ਼ਨ ਪੈਰਾਗ੍ਰਾਫ ਅਗਰ ਆਪਾਂ ਦੇਖੀਏ ਤਾਂ ਇਹ ਇੱਕ ਆਬਜ਼ਰਵੇਸ਼ਨ ਹੈ। ਆਪਾਂ ਬੱਚਿਆਂ ਨੂੰ ਦੇਖ ਕੇ ਆਸੇ-ਪਾਸੇ ਪਤਾ ਲੱਗਿਆ ਕਿ ਬੱਚੇ ਪੇਡ ਵਰਕ ਕਰਦੇ ਆ, ਤਾਂ ਜਦੋਂ ਆਬਜ਼ਰਵੇਸ਼ਨ ਹੈ ਤਾਂ ਆਪਾਂ ਇਹਨੂੰ ਇਦਾਂ ਸ਼ੁਰੂ ਕਰ ਸਕਦੇ ਹਾਂ, ਇਟ ਹੈਜ਼ ਬੀਨ ਆਬਜ਼ਰਵਡ। ਇਹਦਾ ਮਤਲਬ ਇੰਨਾ ਹੀ ਬਣਦਾ ਹੈ ਕਿ ਇਹ ਆਬਜ਼ਰਵ ਕੀਤਾ ਗਿਆ ਆ। ਆਬਜ਼ਰਵ ਕਰਨ ਦਾ ਮਤਲਬ ਤੁਹਾਨੂੰ ਸਭ ਨੂੰ ਪਤਾ ਹੈ ਕਿ ਕੋਈ ਚੀਜ਼ ਦੇਖ ਕੇ ਪਤਾ ਲੱਗ ਗਈ ਹੈ ਨਾ, ਆਬਜ਼ਰਵ ਕਰ ਲਈ ਆਪਾਂ। ਤਾਂ ਇਹ ਆਬਜ਼ਰਵ ਕੀਤਾ ਗਿਆ ਆ। ਪੈਸਿਵ ਵੌਇਸ ਬਣਾਇਆ ਆਪਾਂ ਪ੍ਰੈਜ਼ੈਂਟ ਪਰਫੈਕਟ ਟੈਂਸ ਦਾ। ਅੱਗੇ ਚੱਲਦੇ ਹਾਂ। ਦੇਖੋ ਸ਼ੁਰੂਆਤ ਇਦਾਂ ਕਰ ਲਿਆ ਕਰੋ। ਕੁਐਸਚਨ ਦੇ ਵਿੱਚ ਕਈ ਵਾਰ ਸ਼ੁੱਡ ਲਾ ਕੇ ਸਟੇਟਮੈਂਟ ਦਿੱਤੀ ਹੁੰਦੀ ਹੈ ਤਾਂ ਇਟ ਹੈਜ਼ ਬੀਨ ਸੁਜੈਸਟਡ ਲਾ ਲਓ। ਕਿਸੇ ਨੇ ਕੋਈ ਆਰਗੂਮੈਂਟ ਦਿੱਤਾ ਹੋਇਆ ਹੈ ਤਾਂ ਇਟ ਹੈਜ਼ ਬੀਨ ਆਰਗਿਊਡ ਲਾ ਲਓ। ਤਾਂ ਇਦਾਂ ਦੀ ਤੁਸੀਂ ਸ਼ੁਰੂਆਤ ਕਰ ਸਕਦੇ ਹੋ। ਹੁਣ ਇੱਥੇ ਆਪਾਂ ਨੂੰ ਮੈਨੀ ਕੰਟਰੀਜ਼ ਦੇ ਰੱਖਿਆ ਸੀਗਾ, ਆਪਾਂ ਵੈਰੀਅਸ ਨੇਸ਼ਨਸ ਲੈ ਲਿਆ। ਦੈਟ ਇਨ ਵੈਰੀਅਸ ਨੇਸ਼ਨਸ ਐਡੋਲਸੈਂਟਸ ਹੁੰਦੇ ਆ, ਜਿਹੜੇ ਬੱਚੇ ਹੁੰਦੇ ਆ, ਚਿਲਡਰਨ ਦੀ ਜਗ੍ਹਾ ਤੇ ਵਰਡ ਯੂਜ਼ ਕਰ ਸਕਦੇ ਹੋ। ਆਰ ਐਮਪਲੋਇਡ, ਉਹ ਕੰਮ ਤੇ ਲੱਗੇ ਹੋਏ ਹੁੰਦੇ ਆ। ਇਨ ਡਿਫਰੈਂਟ ਕਾਈਂਡਸ ਆਫ ਪੇਡ ਜੌਬਸ, ਡਿਫਰੈਂਟ ਅਲੱਗ-ਅਲੱਗ ਤਰ੍ਹਾਂ ਦੀਆਂ ਪੇਡ ਜੌਬਸ ਦੇ ਅੰਦਰ ਲੱਗੇ ਹੁੰਦੇ ਆ। ਵਿਚ ਇਜ਼ ਕੰਸੀਡਰਡ ਅਨਫੇਅਰ, ਅਟਰਲੀ ਅਨਫੇਅਰ। ਅਟਰਲੀ ਮਤਲਬ ਸਰਾਸਰ ਗਲਤ ਮੰਨਿਆ ਜਾਂਦਾ ਆ ਬਾਏ ਅ ਸੈਗਮੈਂਟ ਆਫ ਸੋਸਾਇਟੀ। ਸਮ ਪੀਪਲ ਇਹਨੂੰ ਗਲਤ ਮੰਨਦੇ ਆ। ਇਹਨੂੰ ਆਪਾਂ ਪੈਰਾਫਰੇਜ਼ ਕਰ ਲਿਆ ਕਿ ਇਹ ਕੰਸੀਡਰ ਕੀਤਾ ਜਾਂਦਾ ਆ, ਮੰਨਿਆ ਜਾਂਦਾ ਆ। ਅਟਰਲੀ ਅਨਫੇਅਰ, ਪੂਰੀ ਤਰ੍ਹਾਂ ਦੇ ਨਾਲ ਸਰਾਸਰ ਗਲਤ ਮੰਨਿਆ ਜਾਂਦਾ ਹੈ, ਅਨਫੇਅਰ ਮੰਨਿਆ ਜਾਂਦਾ ਹੈ ਬਾਏ ਅ ਸੈਗਮੈਂਟ ਆਫ ਸੋਸਾਇਟੀ। ਹਾਊਐਵਰ, ਲੇਕਿਨ ਦੂਸਰੇ ਵਿਸ਼ਵਾਸ ਕਰਦੇ ਆ ਜਿਹੜੇ ਅਪੋਜ਼ਿਟ ਵਾਲੇ ਹੈ ਕਿ ਇਟ ਇਜ਼ ਐਡਵਾਂਟੇਜੀਅਸ, ਕਿ ਇਹ ਫਾਇਦੇਮੰਦ ਹੈ ਫॉर ਦਾ ਚਿਲਡਰਨ, ਬੱਚਿਆਂ ਵਾਸਤੇ। ਕਿਵੇਂ ਫਾਇਦੇਮੰਦ ਹੈ? ਜਿਵੇਂ ਕਿ ਉਹ ਐਕਸਪੀਰੀਅੰਸ ਲੈਂਦੇ ਆ, ਨਵੀਆਂ ਚੀਜ਼ਾਂ ਸਿੱਖਦੇ ਆ ਤੇ ਰਿਸਪੌਂਸੀਬਲ ਬਣ ਜਾਂਦੇ ਆ, ਇਸ ਕਰਕੇ ਇਹ ਫਾਇਦੇਮੰਦ ਹੈ। ਇਹ ਤਾਂ ਆਪਾਂ ਪੈਰਾਫਰੇਜ਼ ਕਰ ਲਿਆ ਕੁਐਸਚਨ ਨੂੰ। ਉਸ ਤੋਂ ਬਾਅਦ ਆਪਾਂ ਥੀਸਿਸ ਲਿਖਣੀ ਹੈ। ਥੀਸਿਸ ਅਕੋਰਡਿੰਗ ਟੂ ਕੁਐਸਚਨ ਸਟੇਟਮੈਂਟ ਹੋਣੀ ਚਾਹੀਦੀ ਹੈ।
ਕੁਐਸਚਨ ਆਪਾਂ ਨੂੰ ਕਹਿ ਰਿਹਾ ਸੀ ਡਿਸਕਸ ਬੋਥ ਵਿਊਜ਼ ਤੇ ਗਿਵ ਯੋਰ ਓਪੀਨੀਅਨ, ਤੇ ਇੱਥੇ ਆਪਾਂ ਇਹੀ ਲਿਖਿਆ ਹੈ ਕਿ ਇਨ ਦਿਸ ਪੀਸ ਆਫ ਰਾਈਟਿੰਗ, ਇਹ ਐਸੇ ਜਿਹੜਾ ਮੈਂ ਲਿਖਣ ਲੱਗਿਆ ਇਹਦੇ ਵਿੱਚ ਮੈਂ ਡਿਸਕਸ ਕਰੂੰਗਾ, ਆਈ ਵਿਲ ਡਿਸਕਸ, ਮੈਂ ਡਿਸਕਸ ਕਰੂੰਗਾ ਬੋਥ ਆਫ ਦਾ ਪਰਸਪੈਕਟਿਵਸ, ਜਿਹੜੇ ਉੱਪਰ ਇਹ ਦੋ ਨਜ਼ਰੀਏ ਦੇ ਰੱਖੇ ਹੈ ਇਹਨਾਂ ਨੂੰ ਡਿਸਕਸ ਕਰੂੰਗਾ ਬਿਫੋਰ ਅਰਾਈਵਿੰਗ ਐਟ, ਮਤਲਬ ਤੇ ਪਹੁੰਚਣ ਤੋਂ ਪਹਿਲਾਂ, ਕਾਦੇ ਤੇ ਪਹੁੰਚਣ ਤੋਂ ਪਹਿਲਾਂ, ਮਾਈ ਓਨ ਵਿਊ ਪੁਆਇੰਟ, ਮੇਰੇ ਖੁਦ ਦੇ ਵਿਊ ਪੁਆਇੰਟ ਤੇ ਪਹੁੰਚਣ ਤੋਂ ਪਹਿਲਾਂ ਮੈਂ ਦੋਨੇ ਵਿਊਜ਼ ਨੂੰ ਡਿਸਕਸ ਕਰੂੰਗਾ। ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਇੰਟਰੋਡਕਸ਼ਨ ਫਾਰਮ ਕਰ ਸਕਦੇ ਹੋ। ਕਰਨਾ ਕੀ ਹੁੰਦਾ, ਜੋ ਗਿਵਨ ਸਟੇਟਮੈਂਟ ਹੈ ਉਹਨੂੰ ਪੈਰਾਫਰੇਜ਼ ਕਰ ਲਓ, ਆਪਣੀ ਵਰਡਿੰਗ ਦੇ ਵਿੱਚ ਲਿਖ ਲਓ, ਦੈਨ ਆਪਣੀ ਥੀਸਿਸ ਲਿਖ ਦਿਓ। ਔਰ ਇੱਥੇ ਤੁਸੀਂ ਧਿਆਨ ਰੱਖਣਾ ਹੈ ਕਿ ਜਿਹੜੇ ਵਰਡਸ ਯੂਜ਼ ਕਰਦੇ ਹੋ ਉਹ ਤੁਹਾਡੇ ਸਹੀ ਹੋਣੇ ਚਾਹੀਦੇ ਆ। ਤੁਸੀਂ ਐਕਿਊਰੇਸੀ ਤੇ ਜ਼ਿਆਦਾ ਧਿਆਨ ਦੇਣਾ ਹੈ, ਨਾ ਕਿ ਵਰਡ ਚੇਂਜ ਕਰਨ ਤੇ। ਐਕਿਊਰੇਸੀ ਮਾਈਂਡ ਦੇ ਵਿੱਚ ਰੱਖਿਆ ਕਰੋ ਕਿ ਜੋ ਮੈਂ ਲਿਖਿਆ ਉਹ ਗ੍ਰਾਮੈਟਿਕਲੀ ਸਹੀ ਹੋਵੇ, ਇਨ ਟਰਮ ਆਫ ਗ੍ਰਾਮਰ, ਇਨ ਟਰਮ ਆਫ ਵੋਕੈਬ, ਸਹੀ ਜਗ੍ਹਾ ਤੇ ਸਹੀ ਵੋਕੈਬ ਯੂਜ਼ ਕੀਤੀ ਹੋਣੀ ਚਾਹੀਦੀ ਹੈ। ਔਰ ਜੋ ਗੱਲ ਕੁਐਸਚਨ ਦੇ ਵਿੱਚ ਹੋ ਰਹੀ ਸੀ ਉਹੀ ਗੱਲ ਮੈਂ ਲਿਖੀ ਹੈ, ਤੁਹਾਡੀ ਗੱਲ ਦਾ ਮਤਲਬ ਕੋਈ ਹੋਰ ਨਹੀਂ ਨਿਕਲਣਾ ਚਾਹੀਦਾ। ਔਰ ਤੁਹਾਡੀ ਥੀਸਿਸ ਦੇ ਵਿੱਚ ਤੁਸੀਂ ਕਲੀਅਰਲੀ ਆਨਸਰ ਦੇਣਾ ਹੈ, ਥੀਸਿਸ ਲਿਖਣੀ ਹੈ। ਸੋ ਇਹ ਚੀਜ਼ਾਂ ਇੰਟਰੋਡਕਸ਼ਨ ਦੇ ਵਿੱਚ ਅਗਰ ਤੁਸੀਂ ਪੂਰੀਆਂ ਕਰਦੇ ਹੋ ਦੈਨ ਤੁਹਾਡਾ ਇੰਟਰੋਡਕਸ਼ਨ ਪੈਰਾਗ੍ਰਾਫ ਬਹੁਤ ਵਧੀਆ ਫਾਰਮ ਹੋ ਜਾਂਦਾ ਹੈ। ਹੁਣ ਆਪਾਂ ਫਰਸਟ ਬੋਡੀ ਪੈਰਾਗ੍ਰਾਫ ਲਿਖਣਾ ਹੈ, ਜਿਹਦੇ ਵਿੱਚ ਇਹ ਡਿਸਕਸ ਕਰਨਾ ਹੈ ਕਿ ਕਿਉਂ ਲੋਕ ਇਹਨੂੰ ਅਨਫੇਅਰ ਮੰਨਦੇ ਆ। ਸੋ ਚੱਲਦੇ ਹਾਂ ਆਪਣੇ ਫਰਸਟ ਬੋਡੀ ਪੈਰਾਗ੍ਰਾਫ ਤੇ। ਦੇਖੋ ਇਹ ਤੁਹਾਡੇ ਕੋਲੇ ਆ ਗਿਆ ਫਰਸਟ ਬੋਡੀ ਪੈਰਾਗ੍ਰਾਫ, ਰੀਡ ਕਰਦਾ ਮੈਂ, ਨਾਲ ਨਾਲ ਐਕਸਪਲੇਨ ਕਰਦਾ ਤੁਹਾਨੂੰ। ਟੂ ਕਮੈਂਸ ਵਿਦ, ਇਹ ਆਪਾਂ ਕਨੈਕਟਰ ਯੂਜ਼ ਕਰੀਦਾ ਜਦੋਂ ਵੀ ਆਪਾਂ ਫਰਸਟ ਬੋਡੀ ਪੈਰਾਗ੍ਰਾਫ ਲਿਖਣਾ ਹੈ, ਤਾਂ ਟੂ ਬਿਗਿਨ ਵਿਦ ਜਾਂ ਟੂ ਕਮੈਂਸ ਵਿਦ ਤੋਂ ਸ਼ੁਰੂ ਕਰ ਸਕਦੇ ਹਾਂ। ਇਹਦਾ ਮਤਲਬ ਹੁੰਦਾ ਹੈ ਕਿ ਸ਼ੁਰੂ ਕਰਦੇ ਹੋਏ। ਹੁਣ ਆਪਾਂ ਮੇਨ ਗੱਲਬਾਤ ਸ਼ੁਰੂ ਕਰਨ ਲੱਗੇ ਹਾਂ, ਆਪਾਂ ਦੋਨੇ ਵੀ ਡਿਸਕਸ ਕਰਨ ਲੱਗੇ ਹਾਂ ਤਾਂ ਆਪਣਾ ਓਪੀਨੀਅਨ ਦਵਾਂਗੇ ਅੱਗੇ। ਤਾਂ ਦੇਰ ਆਰ ਸੈਵਰਲ ਰੀਜ਼ਨਸ, ਇਹਦਾ ਮਤਲਬ ਹੈ ਕਿ ਕਈ ਸਾਰੇ ਰੀਜ਼ਨ ਹੈਗੇ ਹੈ। ਵਾਈ ਮਤਲਬ ਕਿ ਕਿਉਂ, ਸਮ ਇੰਡੀਵਿਜੂਅਲਸ, ਕੁਝ ਲੋਕ ਕੰਸੀਡਰ ਮੰਨਦੇ ਹੈ ਚਿਲਡਰਨ ਐਮਪਲੋਇਮੈਂਟ ਨੂੰ ਐਜ਼ ਐਨ ਇਲੀਗਲ ਟਾਸਕ, ਇੱਕ ਇਲੀਗਲ ਕੰਮ ਕਿਉਂ ਮੰਨਦੇ ਹੈ ਚਿਲਡਰਨ ਐਮਪਲੋਇਮੈਂਟ ਨੂੰ, ਇਹਦੇ ਪਿੱਛੇ ਕਈ ਰੀਜ਼ਨ ਹੈ। ਤੇ ਫਸਟ ਐਂਡ ਫੋਰਮੋਸਟ ਰੀਜ਼ਨ ਇਜ਼ ਦੈਟ, ਸਭ ਤੋਂ ਪਹਿਲਾ ਜਿਹੜਾ ਰੀਜ਼ਨ ਹੈ ਉਹ ਇਹ ਹੈ ਕਿ ਦਾ ਏਜ ਬਿਲੋ 18, 18 ਸਾਲ ਤੋਂ ਜਿਹੜੀ ਥੱਲੇ ਵਾਲੀ ਏਜ ਹੈ ਇਜ਼ ਟੂ ਅਕੰਪਲਿਸ਼ ਸਟੱਡੀਜ਼, ਇਹ ਸਟੱਡੀਜ਼ ਨੂੰ ਪੂਰੀਆਂ ਕਰਨ ਵਾਸਤੇ ਹੁੰਦੀ ਹੈ। ਇਫ ਟੀਨੇਜਰਸ ਇਨਵੋਲਵ ਇਨ ਜੌਬ, ਅਗਰ ਜਿਹੜੇ ਬੱਚੇ ਆ ਇਨਵੋਲਵ ਹੁੰਦੇ ਆ, ਸ਼ਾਮਿਲ ਹੁੰਦੇ ਆ ਜੌਬ ਦੇ ਵਿੱਚ ਡਿਊਰਿੰਗ देयर ਐਜੂਕੇਸ਼ਨ ਏਜ, ਆਪਣੀ ਪੜ੍ਹਾਈ ਲਿਖਾਈ ਦੀ ਉਮਰ ਦੇ ਵਿੱਚ, ਦੇ ਵਿਲ ਫੇਸ, ਉਹ ਫੇਸ ਕਰਨਗੇ ਅ ਟ੍ਰੀਮੈਂਡਸ ਮੈਂਟਲ ਪ੍ਰੈਸ਼ਰ, ਬਹੁਤ ਜ਼ਿਆਦਾ ਦਿਮਾਗ ਦੇ ਉੱਤੇ ਜ਼ੋਰ, ਪ੍ਰੈਸ਼ਰ ਫੀਲ ਕਰਨਗੇ, ਫੇਸ ਕਰਨਗੇ। ਇਹਦੇ ਨਾਲ ਕੀ ਹੋਊਗਾ, ਆਈਦਰ ਦੇ ਵਿਲ ਲੈਕ ਇਨ ਸਟੱਡੀਜ਼, ਜਾਂ ਤਾਂ ਉਹ ਪੜ੍ਹਾਈ ਦੇ ਵਿੱਚ ਪਿੱਛੇ ਰਹਿ ਜਾਣਗੇ, ਔਰ ਦੇ ਵਿਲ ਨਾਟ ਬੀ ਏਬਲ ਟੂ ਪੇ ਅਟੈਂਸ਼ਨ ਟੂ देयर ਜੌਬ ਡਿਊਟੀਜ਼, ਜਾਂ ਫਿਰ ਉਹ ਆਪਣੀਆਂ ਜਿਹੜੀਆਂ ਜੌਬ ਡਿਊਟੀਜ਼ ਹੈ, ਜਿਹੜੇ ਕੰਮ ਹੈ ਜਿੱਥੇ ਕੰਮ ਕਰਦੇ ਆ ਉਹਦੇ ਤੇ ਧਿਆਨ ਨਹੀਂ ਦੇ ਪਾਉਣਗੇ। ਜੇ ਪੜ੍ਹਾਈ ਵਧੀਆ ਕਰ ਲੈਣਗੇ ਤਾਂ ਵੀ ਕਰੀਅਰ ਚੰਗਾ ਬਣ ਜਾਊਗਾ, ਜੇ ਕੋਈ ਕੰਮ ਕਰ ਰਹੇ ਆ ਉਹਦੇ ਵਿੱਚ ਮਨ ਲਾ ਕੇ ਕੰਮ ਕਰਨ, ਕੁਝ ਸਿੱਖਣ ਤਾਂ ਹੋ ਸਕਦਾ ਨਾਲ ਨਾਲ ਉਹਦੇ ਵਿੱਚ ਵੀ ਕੁਝ ਚੰਗਾ ਕਰੀਅਰ ਬਣਾ ਲੈਣ। ਲੇਕਿਨ ਹੋਊਗਾ ਕਿ ਦੋਨੋਂ ਚੀਜ਼ਾਂ ਕਰਨ ਦੇ ਨਾਲ ਕੁਝ ਵੀ ਨਹੀਂ ਚੰਗਾ ਹੋਣਾ। ਐਜ਼ ਅ ਰਿਜ਼ਲਟ ਕੀ ਹੋਊਗਾ, ਦੇ ਵਿਲ ਨਾਟ ਬੀ ਏਬਲ ਟੂ ਸਟਰੈਂਥਨ देयर ਕਰੀਅਰ, ਤਾਂ ਉਹ ਆਪਣੇ ਕਰੀਅਰ ਨੂੰ ਮਜ਼ਬੂਤ ਕਰਨ ਦੇ ਵਿੱਚ ਸਮਰਥ ਨਹੀਂ ਹੋਣਗੇ। ਐਂਡ ਦੇ ਹੈਵ ਟੂ ਸਪੈਂਡ, ਉਹ ਸਪੈਂਡ ਕਰਨੀ ਪਊਗੀ ਉਹਨਾਂ ਨੂੰ ਆਪਣੀ ਪੂਰੀ ਜ਼ਿੰਦਗੀ ਇਨ ਡੂਇੰਗ ਲੈਬੋਰੀਅਸ ਵਰਕ, ਇੱਕ ਮਿਹਨਤ ਵਾਲਾ ਕੰਮ ਕਰਨ ਦੇ ਵਿੱਚ ਉਹਨਾਂ ਨੂੰ ਸਾਰੀ ਜ਼ਿੰਦਗੀ ਗੁਜ਼ਾਰਨੀ ਪੈ ਜਾਣੀ ਹੈ ਜੇ ਉਹ ਵਰਕ ਕਰਦੇ ਆ ਤਾਂ। ਇਹਦੀ ਬਜਾਏ ਅਗਰ ਉਹ ਐਜੂਕੇਸ਼ਨ ਦੇ ਟਾਈਮ ਤੇ ਐਜੂਕੇਸ਼ਨ ਲੈਂਦੇ ਆ ਤਾਂ ਵਾਈਟ ਕਾਲਰ ਜੌਬਸ ਅੱਗੇ ਜਾ ਕੇ ਲੈ ਸਕਦੇ ਆ। ਲੇਕਿਨ ਜੇ ਸ਼ੁਰੂ ਤੋਂ ਹੀ ਕੰਮ ਤੇ ਲੱਗ ਗਏ, ਪੜ੍ਹਾਈ ਵਧੀਆ ਨਹੀਂ ਕਰਨਗੇ ਤਾਂ ਉਹਨਾਂ ਨੂੰ ਸਾਰੀ ਉਮਰ ਇੱਕ ਲੇਬਰ ਵਰਕ ਤੇ ਕੱਢਣੀ ਪਊਗੀ। ਦੂਸਰਾ ਰੀਜ਼ਨ ਇਹ ਹੈ ਕਿ ਬੱਚੇ ਇਨਵੋਲਵ ਹੋ ਸਕਦੇ ਆ, ਮੇ ਇਨਵੋਲਵ ਮਤਲਬ ਬੱਚੇ ਇਨਵੋਲਵ ਹੋ ਸਕਦੇ ਆ ਇਨ ਐਨੀ ਕਾਈਂਡ ਆਫ ਇਲੀਗਲ ਐਕਟੀਵਿਟੀਜ਼, ਕਿਸੇ ਵੀ ਤਰ੍ਹਾਂ ਦੀਆਂ ਇਲੀਗਲ ਐਕਟੀਵਿਟੀਜ਼, ਇਲੀਗਲ ਜੋ ਲੀਗਲ ਨਹੀਂ ਹੁੰਦੀਆਂ ਕਾਨੂੰਨ ਦੇ ਮੁਤਾਬਿਕ। ਵਾਈਲ ਡੂਇੰਗ ਵਰਕ, ਕੰਮ ਕਰਨ ਦੇ ਦੌਰਾਨ। ਬੱਚੇ ਜਿਹੜੇ ਆ ਨਾ ਉਹ ਮਾਸੂਮ ਹੁੰਦੇ ਆ, ਚਿਲਡਰਨ ਆਰ ਇਨੋਸੈਂਟ ਐਂਡ ਪਰਸਨ, ਐਨੀ ਪਰਸਨ, ਕੋਈ ਵੀ ਬੰਦਾ ਕੈਨ ਐਂਟਾਈਸ them, ਉਹਨਾਂ ਨੂੰ ਬਹਿਲਾ ਫੁਸਲਾ ਸਕਦਾ ਆ ਟੂ ਡੂ ਇਲੀਗਲ ਐਕਟੀਵਿਟੀਜ਼, ਕਿ ਮੈਂ ਤੈਨੂੰ ਇੰਨੇ ਪੈਸੇ ਦੇ ਦੂੰਗਾ, ਇਹ ਦੇ ਦੂੰਗਾ, ਉਹ ਦੇ ਦੂੰਗਾ, ਤੂੰ ਨਾ ਬੰਦਾ ਮਾਰ ਦੇ, ਤੂੰ ਨਾ ਆ ਫਲਾਣੇ ਥਾਂ ਤੇ ਡਰੱਗ ਪਹੁੰਚਾ ਦੇ, ਤੂੰ ਨਸ਼ੇ ਪਹੁੰਚਾ ਦੇ। ਮਤਲਬ ਬੱਚੇ ਨੂੰ ਨਹੀਂ ਸਮਝ ਆਉਣੀ ਕਿ ਇਹ ਮੈਂ ਕੀ ਕਰ ਰਿਹਾ, ਇਹਦਾ ਮੇਰੇ ਤੇ ਕੀ ਅਸਰ ਪਊਗਾ। ਉਹ ਇਨੋਸੈਂਟ ਹੁੰਦੇ ਆ, ਭੋਲੇ ਹੁੰਦੇ ਆ ਨਾ, ਤਾਂ ਅਗਰ ਉਹ ਕੰਮ ਦੇ ਵਿੱਚ ਪੈ ਜਾਣਗੇ
ਤਾਂ ਉਹਨਾਂ ਨੂੰ ਕੋਈ ਲਾਲਚ ਦੇ ਕੇ ਉਹਨਾਂ ਤੋਂ ਗਲਤ ਕੰਮ ਕਰਵਾ ਸਕਦਾ ਹੈ, ਜੋ ਕੀ ਕਰ ਸਕਦਾ ਹੈ, ਦਿਸ ਕੈਨ ਸਪੋਇਲ देयर ਹੋਲ ਕਰੀਅਰ, ਜੋ ਕਿ ਉਹਨਾਂ ਦਾ ਪੂਰਾ ਕਰੀਅਰ ਖਤਮ ਕਰ ਸਕਦਾ ਹੈ। ਇਸ ਕਰਕੇ ਲੋਕ ਮੰਨਦੇ ਆ ਕਿ ਜਿਹੜਾ ਚਿਲਡਰਨ ਐਮਪਲੋਇਮੈਂਟ ਹੈ ਇਹ ਅਟਰਲੀ ਅਨਫੇਅਰ ਹੈ, ਇਹ ਸਹੀ ਗੱਲ ਨਹੀਂ ਹੈਗੀ, ਇਹ ਨਹੀਂ ਹੋਣੀ ਚਾਹੀਦੀ। ਹੁਣ ਚੱਲਦੇ ਹਾਂ ਆਪਾਂ ਇਹਦੇ ਅਪੋਜ਼ਿਟ ਸੈਕਿੰਡ ਬੋਡੀ ਪੈਰਾਗ੍ਰਾਫ ਤੇ ਚੱਲਦੇ ਹਾਂ। ਇਹ ਕੀ ਕਹਿ ਰਿਹਾ ਹੈ ਕਿ ਹਾਲਾਂਕਿ ਆਕਿਊਪਾਈਂਗ ਚਿਲਡਰਨ ਬੱਚਿਆਂ ਨੂੰ ਕੰਮ 'ਚ ਲਗਾਉਣਾ ਇਨ ਪੇਡ ਵਰਕ ਦੇ ਵਿੱਚ ਲਗਾਉਣਾ ਡਿਊਰਿੰਗ अर्ਲੀ ਡੇਜ਼ ਆਫ देयर ਲਾਈਫ ਕੈਨ ਪੁੱਟ ਡੈਟਰੀਮੈਂਟਲ ਇੰਪੈਕਟ ਔਨ देयर ਫਰਦਰ ਲਾਈਫ। ਕਿ ਇਹ ਜਿਹੜੀ ਚੀਜ਼ ਹੈ ਨਾ ਬੱਚਿਆਂ ਨੂੰ ਪੇਡ ਵਰਕ ਦੇ ਵਿੱਚ ਲਗਾਉਣ ਵਾਲੀ ਉਹਨਾਂ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਜ਼ਿੰਦਗੀ ਦੇ ਉਹ ਨੈਗੇਟਿਵ ਇੰਪੈਕਟ ਪਾ ਸਕਦੀ ਹੈ। ਡੈਟਰੀਮੈਂਟਲ ਮਤਲਬ ਨੁਕਸਾਨ ਦੇਣ ਵਾਲੀ ਚੀਜ਼, ਇੰਪੈਕਟ ਮਤਲਬ ਪ੍ਰਭਾਵ ਉਹਨਾਂ ਦੀ ਅੱਗੇ ਵਾਲੀ ਜ਼ਿੰਦਗੀ ਤੇ। ਹਾਲਾਂਕਿ ਇਦਾਂ ਹੋ ਸਕਦਾ ਹੈ, ਲੇਕਿਨ ਕੀ ਹੈ, ਇਟ ਕੈਨ ਨੋਰਿਸ਼ देयर ਪ੍ਰੈਕਟੀਕਲ ਸਕਿੱਲਸ, ਉਹਨਾਂ ਦੇ ਪ੍ਰੈਕਟੀਕਲ ਸਕਿੱਲਸ ਨੂੰ ਵਧਾ ਸਕਦਾ ਹੈ। ਮੰਨ ਲਓ ਕਿ ਕੋਈ ਬੱਚਾ, ਛੋਟਾ ਬੱਚਾ ਅਗਰ ਕੋਈ 12-15 ਸਾਲ ਦਾ ਜਾ ਕੇ ਕਿਸੇ ਮੈਨੂਫੈਕਚਰਿੰਗ ਕੰਪਨੀ 'ਚ ਲੱਗ ਗਿਆ ਤਾਂ ਉਹਨਾਂ ਨੂੰ ਰੀਅਲ 'ਚ ਪਤਾ ਲੱਗੂਗਾ ਮਸ਼ੀਨਾਂ ਕਿਵੇਂ ਚੱਲਦੀਆਂ, ਕੰਮ ਕਿਵੇਂ ਹੁੰਦਾ ਆ। ਠੀਕ ਹੈ ਜੀ, ਤੇ ਆਪਣੀ ਲਰਨਿੰਗ ਨੂੰ ਇੰਪਰੂਵ ਕਰ ਸਕਦੇ ਆ, ਕੁਝ ਨਵੀਆਂ ਚੀਜ਼ਾਂ ਸਿੱਖ ਸਕਦੇ ਆ ਐਂਡ ਮੇਕ them ਰਿਸਪੌਂਸਿਬਲ, ਤੇ ਉਹਨਾਂ ਨੂੰ ਰਿਸਪੌਂਸਿਬਲ ਬਣਾਉਂਦੀ ਹੈ ਇਹ ਚੀਜ਼। ਥੀਸ ਫੈਕਟਰਸ ਆਰ ਇਕੁਅਲੀ ਇੰਪੋਰਟੈਂਟ। ਹੁਣ ਇਹ ਫੈਕਟਰ ਇਦਾਂ ਦੇ ਨਹੀਂਗੇ ਕਿ ਜਿਹੜੇ ਇਗਨੋਰ ਕੀਤੇ ਜਾ ਸਕਣ, ਇਹ ਬਰਾਬਰ ਇੰਪੋਰਟੈਂਟ ਹੈ ਫॉर ਬਿਲਡਿੰਗ ਅ ਸਟਰੋਂਗ ਕਰੀਅਰ, ਇੱਕ ਵਧੀਆ ਕਰੀਅਰ ਬਣਾਉਣ ਦੇ ਵਿੱਚ। ਹੁਣ ਅੱਗੇ ਆਪਾਂ ਇਹਨਾਂ ਨੂੰ ਐਕਸਪਲੇਨ ਕਰਦੇ ਹਾਂ ਕਿ ਕਿਵੇਂ। ਫਸਟਲੀ ਇਨ ਐਜੂਕੇਸ਼ਨ ਦੇ ਵਿੱਚ ਯੂਜੂਅਲੀ ਚਿਲਡਰਨ, ਜ਼ਿਆਦਾਤਰ ਅਕਸਰ ਚਿਲਡਰਨ ਕੀ ਕਰਦੇ ਆ, ਲਰਨ ਦਾ ਥਿਓਰਟੀਕਲ ਨੌਲੇਜ। ਥਿਓਰੈਟੀਕਲ ਨੌਲੇਜ ਜਦੋਂ ਸਿੱਖਦੇ ਆ ਨਾ ਤਾਂ ਪ੍ਰੈਕਟੀਕਲ ਉਹਨਾਂ ਦਾ ਵੀਕ ਰਹਿ ਜਾਂਦਾ ਹੈ। ਲੇਕਿਨ ਅਗਰ ਉਹ ਸਾਈਮਲਟੇਨੀਅਸਲੀ, ਹੀ ਔਰ ਸ਼ੀ ਸਾਈਮਲਟੇਨੀਅਸਲੀ ਕੰਮ ਕਰਦੇ ਆ ਇੱਕ ਫੀਲਡ ਦੇ ਵਿੱਚ ਜੋ ਕਿ ਰਿਲੇਵੈਂਟ ਹੈ ਟੂ देयर ਸਟੱਡੀਜ਼। ਮੰਨ ਲਓ ਕਿ ਬੱਚੇ ਦਾ ਮਨ ਹੈ ਕਿ ਮੈਂ ਸਾਇੰਸ ਲੈ ਲਈ, ਮੰਨ ਲਓ 11ਵੀਂ ਵਾਲਾ ਬੱਚਾ 11th ਕਲਾਸ ਵਾਲੇ ਬੱਚੇ ਨੇ ਸਾਇੰਸ ਲਈ ਹੈ ਔਰ ਨਾਲ ਉਹ ਕਿਸੇ ਇਲੈਕਟ੍ਰੋਨਿਕਸ ਦੀ ਸ਼ਾਪ ਤੇ ਲੱਗ ਗਿਆ ਜਿੱਥੇ ਉਹ ਇਲੈਕਟ੍ਰੋਨਿਕ ਕੰਪੋਨੈਂਟਸ ਨੂੰ ਸਹੀ ਕਰਨ ਦਾ ਕੰਮ ਕਰਦਾ ਆ। ਤਾਂ ਉਹ ਉਸ ਰਿਲੇਟਡ ਤੋਂ ਅਗਰ ਕੰਮ ਕਰ ਰਿਹਾ ਹੈ ਨਾਲ ਸਾਈਮਲਟੇਨੀਅਸਲੀ ਦਾ ਮਤਲਬ ਹੁੰਦਾ ਨਾਲ ਹੀ ਸ਼ੀ ਕੈਨ ਅੰਡਰਸਟੈਂਡ देयर ਅਕੈਡਮਿਕ ਮੈਟਰਸ ਵਿਦ ਡੈਪਥ ਅੰਡਰਸਟੈਂਡਿੰਗ। ਹੁਣ ਮਤਲਬ ਟ੍ਰਾਂਜਿਸਟਰ ਪੜ੍ਹਾ ਰਿਹਾ ਟੀਚਰ, ਲੇਕਿਨ ਬੱਚੇ ਨੂੰ ਪਤਾ ਹੀ ਨਹੀਂ ਹੁੰਦਾ ਕੀ ਹੈ, ਸਰਕਿਟ ਕੀ ਹੁੰਦੇ ਆ। ਤਾਂ ਅਗਰ ਉਹ ਨਾਲ ਇਦਾਂ ਦਾ ਕੋਈ ਕੰਮ ਕਰਨ ਲੱਗ ਜਾਂਦਾ ਆ ਤਾਂ ਉਹਨੂੰ ਚੀਜ਼ਾਂ ਨੂੰ ਸਮਝਣ ਦੇ ਵਿੱਚ, ਡੀਪ ਸਮਝਣ ਦੇ ਵਿੱਚ ਬਹੁਤ ਫਾਇਦਾ ਮਿਲੂਗਾ। ਐਦਾਂ ਦੇ ਬੱਚੇ ਐਕਸਪਰਟ ਬਣ ਸਕਦੇ ਆ ਅੱਗੇ ਚੱਲ ਕੇ ਆਪਣੇ ਫੀਲਡ ਆਫ ਇੰਟਰਸਟ ਦੇ ਵਿੱਚ। ਸੈਕੰਡਲੀ ਕੀ ਹੋ ਸਕਦਾ ਹੈ ਕਿ देयर आर अ लॉट ऑफ चिल्ड्रन, ਬਹੁਤ ਸਾਰੇ ਬੱਚੇ ਹੈ which spend money, who spend money ਨਿਰਜੀਵ ਚੀਜ਼ਾਂ ਵਾਸਤੇ ਆਪਾਂ ਵਿੱਚ ਲਾਈਦਾ ਔਰ ਜਿਉਂਦੀਆਂ ਜਾਗਦੀਆਂ ਚੀਜ਼ਾਂ ਵਾਸਤੇ ਆਪਾਂ who ਲਾਉਨੇ ਆ। who spend money on useless things, ਜਿਹੜੇ ਨਾ ਐਵੇਂ ਹੀ ਪੈਸਾ ਖਰਾਬ ਕਰਦੇ ਰਹਿੰਦੇ ਆ and spend their precious time on the things which distract them from studies, ਮਤਲਬ ਮੋਬਾਈਲ ਚਲਾ ਲਿਆ, ਗਾਣੇ ਸੁਣ ਲਏ, ਹਨਾ, ਇੱਧਰ ਉੱਧਰ ਗੇਮ ਖੇਡ ਲਈ, ਤਾਂ ਇਦਾਂ ਦੀਆਂ ਚੀਜ਼ਾਂ ਦੇ ਉੱਤੇ ਟਾਈਮ ਸਪੈਂਡ ਕਰ ਸਕਦੇ ਆ। ਲੇਕਿਨ ਜੇ ਬੱਚੇ ਕੰਮ ਕਰਨ ਲੱਗ ਜਾਣਗੇ ਦੇ ਵਿਲ ਅੰਡਰਸਟੈਂਡ ਕਿ ਪੈਸਾ ਕਿਵੇਂ ਕਮਾਇਆ ਜਾਂਦਾ ਹੈ, ਪੈਸੇ ਦੀ ਵੈਲਿਊ ਸਮਝਣਗੇ ਤੇ ਟਾਈਮ ਦੀ ਵੈਲਿਊ ਸਮਝਣਗੇ ਐਂਡ ਦੇ ਬਿਕਮ ਰਿਸਪੌਂਸਿਬਲ ਇਨ देयर ਲਾਈਫ। ਆਪਣੀ ਜ਼ਿੰਦਗੀ ਦੇ ਵਿੱਚ ਉਹ ਰਿਸਪੌਂਸਿਬਲ ਬਣ ਸਕਦੇ ਹੈ। ਤਾਂ ਇਹ ਆਪਾਂ ਦੋਨੋਂ ਵਿਊ ਡਿਸਕਸ ਕਰਤੇ। ਹੁਣ ਆਪਾਂ ਜਿਹੜਾ ਆਪਣਾ ਓਪੀਨੀਅਨ ਦੇਣਾ ਹੈ ਇਹ ਕਨਕਲੂਜਨ ਦੇ ਵਿੱਚ ਦੇਵਾਂਗੇ, ਜੋ ਕਿ ਪੋਸੀਬਲ ਇੱਕ ਵੇ ਹੈਗਾ ਆ। ਠੀਕ ਹੈ ਜੀ, ਤਾਂ ਕਨਕਲੂਜਨ ਪੈਰਾਗ੍ਰਾਫ ਨੂੰ ਆਪਾਂ ਪਹਿਲਾਂ ਸ਼ੁਰੂ ਕਰਦੇ ਹਾਂ ਟੂ ਰੀਕੈਪੀਚੂਲੇਟ, ਮਤਲਬ ਸਾਰਾਂਸ਼ ਕਰਦੇ ਹੋਏ, ਸਮਰੀ ਕਰਦੇ ਹੋਏ। The children employment is completely wrong according to some people, ਕਿ ਜਿਹੜਾ ਚਿਲਡਰਨ ਨੂੰ ਜੌਬ ਕਰਾਉਣ ਵਾਲਾ ਸਿਸਟਮ ਹੈ ਨਾ ਇਹ ਕੰਪਲੀਟਲੀ ਰੋਂਗ ਹੈ ਕੁਝ ਲੋਕਾਂ ਦੇ ਅਕੋਰਡਿੰਗ, ਕੁਝ ਲੋਕਾਂ ਦੇ ਅਨੁਸਾਰ। ਕਿਉਂਕਿ ਇਟ ਕੈਨ ਡਿਸਟਰੋਏ देयर ਕਰੀਅਰ, ਇਹ ਉਹਨਾਂ ਦਾ ਕਰੀਅਰ ਖਤਮ ਕਰ ਸਕਦਾ ਹੈ ਐਂਡ ਦੇ ਕੈਨ ਇਨਵੋਲਵ ਇਨ ਇਲੀਗਲ ਐਕਸ਼ਨ, ਗਲਤ ਤਰ੍ਹਾਂ ਦੇ ਕੰਮਾਂ ਦੇ ਵਿੱਚ ਪੈ ਸਕਦੇ ਆ, ਨਸ਼ੇ ਲੈਣ ਦੇ ਵਿੱਚ, ਨਸ਼ੇ ਵੇਚਣ ਦੇ ਵਿੱਚ, ਜਾਂ ਕੁਝ ਐਨੀਥਿੰਗ ਐਲਸ, ਕੁਝ ਵੀ ਜੋ ਇਲੀਗਲ ਹੈ, ਜੋ ਨਹੀਂ ਹੋਣਾ ਚਾਹੀਦਾ ਬੱਚਿਆਂ ਵਾਸਤੇ, ਹਨਾ। ਹਾਊਐਵਰ, ਹਾਲਾਂਕਿ ਲੇਕਿਨ ਇਨ ਦਿਸ ਵੇ, ਇਸ ਤਰੀਕੇ ਦੇ ਨਾਲ ਜਿਹੜੇ ਐਡੋਲਸੈਂਟਸ ਹੈ ਕੈਨ ਲਰਨ ਐਂਡ ਗੈਟ ਐਕਸਪੀਰੀਅੰਸ, ਸਿੱਖ ਸਕਦੇ ਆ, ਕੁਛ ਨਾ ਕੁਛ ਐਕਸਪੀਰੀਅੰਸ ਲੈ ਸਕਦੇ ਆ ਵਿਚ ਇਜ਼ ਵੈਲਿਊਏਬਲ ਫॉर देयर ਕਰੀਅਰ ਐਜ਼ ਵੈਲ ਐਜ਼ ਨਾਲ ਦੀ ਨਾਲ ਦੇ ਕੈਨ ਅੰਡਰਸਟੈਂਡ ਦ ਵੈਲਿਊ ਆਫ ਮਨੀ ਐਂਡ ਟਾਈਮ। ਜੋ ਆਪਾਂ ਪਹਿਲਾਂ ਕਹਿ ਕੇ ਆਏ ਹਾਂ ਉਹੀ ਚੀਜ਼ਾਂ ਆਪਾਂ ਇੱਥੇ ਦੁਬਾਰਾ ਲਿਖਤੀਆਂ, ਪਤਾ ਲੱਗ ਗਿਆ ਕਿ ਟੌਪਿਕ ਕੀ ਹੈ ਔਰ ਦੋਨੇ ਵਿਊ ਡਿਸਕਸ ਹੋ ਗਏ। ਉਹਨਾਂ ਦੇ ਵਾਸਤੇ ਜਿਹੜੇ ਆਪਾਂ ਪੁਆਇੰਟਸ ਪਾਏ ਸੀਗੇ ਉਹ ਪੁਆਇੰਟ ਵੀ ਆਪਾਂ ਲਿਖਤੇ ਆ। ਹੁਣ ਆਪਣਾ ਜਿਹੜਾ ਓਪੀਨੀਅਨ ਹੈ ਉਹ ਕਲੀਅਰ ਕੱਟ ਆਪਾਂ ਐਂਡ 'ਚ ਇੱਥੇ ਲਿਖਿਆ, ਜੋ ਕਿ ਜ਼ਰੂਰੀ ਹੈ ਲਿਖਣਾ, ਅਦਰਵਾਈਜ਼ ਆਪਾਂ ਨੂੰ ਟਾਸਕ ਰਿਸਪੌਂਸ ਦੇ ਵਿੱਚ ਮਾਰਕਸ ਘੱਟ ਮਿਲ ਸਕਦੇ ਆ। ਇਨ ਮਾਈ ਓਪੀਨੀਅਨ
ਚਿਲਡਰਨ ਸ਼ੁੱਡ ਜੁਆਇਨ ਪਾਰਟ ਟਾਈਮ ਵਰਕਸ। ਮੇਰੇ ਓਪੀਨੀਅਨ ਦੇ ਵਿੱਚ ਜਿਹੜੇ ਚਿਲਡਰਨ ਹੈ ਉਹਨਾਂ ਨੂੰ ਜੁਆਇਨ ਕਰਨਾ ਚਾਹੀਦਾ ਪਾਰਟ ਟਾਈਮ ਵਰਕ ਅਲੋਂਗ ਵਿਦ देयर ਸਟੱਡੀਜ਼, ਕਿ ਬੱਚਿਆਂ ਨੂੰ ਆਪਣੀ ਸਟੱਡੀ ਦੇ ਨਾਲ ਨਾਲ ਪਾਰਟ ਟਾਈਮ ਵਰਕ ਸ਼ੁਰੂ ਕਰਨਾ ਚਾਹੀਦਾ ਹੈ, ਲੇਕਿਨ ਕੰਡੀਸ਼ਨ ਕੀ ਹੈ, ਪ੍ਰੋਵਾਈਡਡ ਥੈਟ ਦਿਸ ਵਰਕ ਇਜ਼ ਰਿਲੇਟਡ ਟੂ देयर ਕੈਰੀਅਰ ਪਾਥ, ਕਿ ਐਦਾਂ ਦਾ ਵਰਕ ਜ਼ਰੂਰ ਜੁਆਇਨ ਕਰਨ ਜਿਹੜਾ ਉਹ ਅੱਗੇ ਚੱਲ ਕੇ ਜੋ ਵੀ ਉਹ ਕੈਰੀਅਰ ਚੂਜ਼ ਕਰ ਰਹੇ ਹੈ ਉਹਦੇ ਵਿੱਚ ਫਾਇਦੇਮੰਦ ਹੋ ਸਕੇ। ਸੋ ਇਹ ਸੀਗਾ ਸਾਰਾ ਆਪਣਾ ਰਾਈਟਿੰਗ ਟਾਸਕ 2। ਮੈਨੂੰ ਉਮੀਦ ਹੈ ਕਿ ਮੈਂ ਤੁਹਾਨੂੰ ਬਹੁਤ ਵਧੀਆ ਐਕਸਪਲੇਨ ਕੀਤਾ। ਜੇ ਤੁਹਾਨੂੰ ਵਧੀਆ ਸਮਝ ਆਇਆ ਹੋਵੇ ਤਾਂ ਵੀ ਕਮੈਂਟ ਕਰਕੇ ਦੱਸ ਦਿਓ, ਜੇ ਨਾ ਸਮਝ ਆਇਆ ਹੋਵੇ, ਕਿਤੋਂ ਵੀ ਕੋਈ ਦਿੱਕਤ ਲੱਗੀ ਹੋਵੇ ਤਾਂ ਵੀ ਦੱਸ ਦਿਓ, ਫੀਡਬੈਕ ਦੇ ਦਿਓ ਤਾਂ ਕਿ ਨੈਕਸਟ ਵਾਲੀਆਂ ਜਿਹੜੀਆਂ ਵੀਡੀਓਜ਼ ਆ ਆਪਾਂ ਹੋਰ ਇੰਪਰੂਵ ਕਰਕੇ ਪਾ ਸਕੀਏ। ਔਰ ਅਗੇਨ ਕਹੂੰਗਾ, ਸਬਸਕ੍ਰਾਈਬ ਅਗਰ ਤੁਸੀਂ ਚੈਨਲ ਨੂੰ ਹਜੇ ਤੱਕ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ। ਸਬਸਕ੍ਰਾਈਬ ਕਰਨ ਨਾਲ ਲੱਗਦਾ ਹੈ ਕਿ ਬੱਚੇ ਸਾਡੇ ਤੋਂ ਕੁਝ ਸਿੱਖ ਰਹੇ ਹੈ, ਇਹਨਾਂ ਨੂੰ ਲੋੜ ਹੈ ਅਸੀਂ ਹੋਰ ਵੀਡੀਓਜ਼ ਬਣਾਈਏ, ਜ਼ਿਆਦਾ ਤੋਂ ਜ਼ਿਆਦਾ ਲੋਕ ਸਾਡੀਆਂ ਵੀਡੀਓਜ਼ ਨੂੰ ਦੇਖ ਕੇ ਉਹਦੇ ਨਾਲ ਜੁੜ ਰਹੇ ਹੈ, ਹੌਸਲਾ ਮਿਲਦਾ ਹੈ। ਦੇਖੋ YouTube ਦੇ ਉੱਤੇ ਵੀਡੀਓ ਪਾਉਣਾ ਇੱਕ ਥੋੜਾ ਜਿਹਾ ਡਿਫਿਕਲਟ ਕੰਬਰਸਮ ਟਾਸਕ ਹੁੰਦਾ ਸਾਡੇ ਵਾਸਤੇ। ਹੋਲ ਡੇ ਅਸੀਂ ਵਰਕ ਕਰਦੇ ਹਾਂ, ਕਲਾਸਿਸ ਲੈਂਦੇ ਹਾਂ, ਫਿਰ YouTube ਦੇ ਉੱਤੇ ਕੰਟੈਂਟ ਪਾਈਦਾ ਤਾਂ ਕਿ ਬੱਚੇ ਜਿਹੜੇ ਕਲਾਸਿਸ ਦੇ ਵਿੱਚ ਨਹੀਂ ਸਮਝ ਪਾਉਂਦੇ ਉਹਨਾਂ ਵਾਸਤੇ ਇੱਕ ਮਟੀਰੀਅਲ ਪਿਆ ਹੋਵੇ, ਕਦੇ ਵੀ ਦੇਖ ਕੇ ਇੱਥੋਂ ਸਮਝ ਸਕਣ। ਤਾਂ ਇਸ ਕਰਕੇ ਨੈਕਸਟ ਵੀਡੀਓਜ਼ ਬਣਾਉਣ ਦਾ ਹੌਸਲਾ ਤਾਂ ਹੀ ਆਉਂਦਾ ਜੇ ਤੁਸੀਂ ਸਪੋਰਟ ਕਰਦੇ ਹੋ, ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਹੌਸਲਾ ਦਿੰਦੇ ਹੋ ਕਿ ਯੈਸ ਯੋਰ ਵਰਕ ਇਜ਼ ਵੈਲਿਊਏਬਲ ਫॉर ਅਸ, ਤੇ ਸਾਨੂੰ ਇਹ ਲੱਗਦਾ ਕਿ ਹਾਂਜੀ ਅਸੀਂ ਬੱਚਿਆਂ ਦੀ ਹੈਲਪ ਕਰ ਪਾ ਰਹੇ ਹਾਂ ਤੇ ਹੋਰ ਜ਼ਿਆਦਾ ਅਪਲੋਡ ਕਰੀਏ। ਸੋ ਜੇ ਚਾਹੁੰਦੇ ਹੋ ਕਿ ਰੈਗੂਲਰ ਸੁਵੇਗ ਸਿੰਘ ਤੁਹਾਨੂੰ ਵੀਡੀਓਜ਼ ਪ੍ਰੋਵਾਈਡ ਕਰਦਾ ਰਹੇ ਤਾਂ ਸਬਸਕ੍ਰਾਈਬ, ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ, ਮਿਲਾਂਗੇ ਅਗਲੀ ਵੀਡੀਓ।